सतनाम श्री वाहिगुरु साहिब जी। ईसरी मेरेया हर तुम महजूत रखी, ता तू जग मही आया। हर जोत रखी तुध विच, ता तू जग मही आया। हर आपी माता आपी पिता, जिन जियो उपाय जगत दिखाए। गुर प्रसादी बुझिया, ता चलत हुआ चलत नदरी आया। कह नानक सृष्टि का मूल रचिया, ता तू जग मही आया। जुगो जुग अटल चवर सतर तख दी मालिक, गुरता गद्दी ते सुभाई मान। तन तन साहिब श्री गुरु ग्रंथ साहिब जी महाराज उन्हों की पवित्र हजूरी विच विराजमान। गुरु प्यारी गुरु सवारी गुरु का खास स्वरूप साध संगत जीओ, आप सर्वत सिख संगत का बहुत बहुत धन्यवाद किया जाता है जी। जी आनू आख्या जाता है जो आप जी ने सतगुरां दी रहमत सदका, सतगुरां दी अपार कृपा सदका अमृत वेले उठ के तन का इस्नान करके गुरु दरबार दीयां हाजरियां भरियां ने। सो वड्डे भाग ने साध संगत जी। आओ रल मिल के सतगुरां दी पवित्र बाणी दे नाल सांझ पाइए, सतगुरां दे वचन सांझे करिए। जो वचन अज आपां रल मिल के सांझे करांगे, ਉਹ ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਇਹਨਾਂ ਵਚਨਾਂ ਦੇ ਨਾਲ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਗੌੜੀ ਮਹਲਾ पंजवा, खादा पैन दा मुकर पाए, तिसनो जो है दूता धर्म राए। गौड़ी महला पंजवा। खादा पैन दा मुकर पाए, तिसनों जो है दूत धर्म राए। सतगुरु अर्जन देव महाराज साहिब जी इस शब्द की शुरुआत इन्हां बचनां दे नाल करदे ने ते सतगुरां दे ये बचन गौड़ी राग दे विच सतगुरां दे ये बचन गौड़ी राग दे विच दर्ज ने। इस शब्द दियां जो रहाऊ वालियां पंक्तियां ने, उन्हां दे द्वारा गुरु पातशाह सानू की बख्शिश करदे ने। तिस स्यों बेमुख जिन जियो पिंड दीना,
ਕੋਟ ਜਨਮਾ ਭਰ ਮੈਂ ਬਹੁ ਜੁਨਾ ਰਹਾ। ਤਿਸ ਸਿਉ ਬੇਮੁਖਾ ਜਿਨ ਜੀਓ ਪਿੰਡ ਦੀਨਾ। ਕੋਟ ਜਨਮ ਭਰ ਮੈਂ ਬਹੁ ਦੀਨਾ ਰਹਾਉ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਤਿਸ ਸਿਉ ਬੇਮੁਖ ਜਿਨ ਜੀਓ ਪਿੰਡ ਦੀਨਾ। ਜਿਨ ਦਾ ਭਾਵ ਹੁੰਦਾ ਹੈ ਜਿਸ ਪਰਮਾਤਮਾ ਨੇ। ਜੀਓ ਦਾ ਭਾਵ ਹੁੰਦਾ ਹੈ ਜਿੰਦ। ਪਿੰਡ ਦਾ ਭਾਵ ਹੁੰਦਾ ਹੈ ਸਰੀਰ। ਭਰਮੈਂ ਦਾ ਭਾਵ ਹੈ ਤੂੰ ਭਟਕੇਂਗਾ। ਸਤਿਗੁਰੂ ਕਹਿੰਦੇ ਹੇ ਭਾਈ, ਤੂੰ ਉਸ ਅਕਾਲ ਪੁਰਖ ਪਰਮੇਸ਼ਰ ਦੀ ਯਾਦ ਵੱਲੋਂ ਮੂੰਹ ਮੋੜੀ ਬੈਠਾ ਹੈ, ਜਿਸ ਨੇ ਤੈਨੂੰ ਜਿੰਦ ਦਿੱਤੀ, ਜਿਸ ਨੇ ਤੈਨੂੰ ਆਹ ਸੋਹਣਾ ਸਰੀਰ ਦਿੱਤਾ। ਤੇ ਯਾਦ ਰੱਖੀ, ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਾਸਾ ਕਹਿੰਦੇ ਯਾਦ ਰੱਖੀ, ਇਥੋਂ ਖੁੰਝ ਕੇ ਕਰੋੜਾਂ ਜਨਮਾਂ ਦੇ ਵਿੱਚ ਅਨੇਕਾਂ ਜੂਨਾਂ ਦੇ ਵਿੱਚ ਭਟਕਦਾ ਫਿਰੇਗਾ ਜੇ ਆ ਸਮਾਂ ਤੇਰੇ ਹੱਥੋਂ ਨਿਕਲ ਗਿਆ। ਤਿਸੋਂ ਬੇਮੁਖ ਜਿਨ ਜੀਓ ਪਿੰਡ ਦੀਨਾ। ਕੋਟ ਜਨਮ ਭਰ ਮੈਂ ਬਹੁ ਜੂਨਾ। ਯਾਦ ਰੱਖੀ, ਜੇ ਆ ਮਨੁੱਖਾ ਸਮਾਂ ਨਿਕਲ ਗਿਆ ਨਾ, ਮਨੁੱਖਾ ਸਰੀਰ ਵਾਲਾ ਜਿਹੜਾ ਮਨੁੱਖਾ ਸਰੀਰ ਸਾਨੂੰ ਮਿਲਿਆ ਹੋਇਆ, ਤੇ ਫਿਰ ਕਰੋੜਾਂ ਹੀ ਜਨਮਾਂ ਦੇ ਵਿੱਚ ਅਨੇਕਾਂ ਜੂਨਾਂ ਦੇ ਵਿੱਚ ਭਟਕਦਾ ਫਿਰੇਗਾ ਜਿਹੜੇ ਆ ਮਨੁੱਖਾ ਸਰੀਰ ਦੀ ਹੁਣ ਤੋਂ ਕਦਰ ਨਹੀਂ ਕਰ ਰਿਹਾ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਬਚਨ ਨੇ ਬਸੰਤ ਰਾਗ ਦੇ ਵਿੱਚ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1199-90 ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਬਚਨ ਦਰਜ ਨੇ। ਪਾਤਸ਼ਾਹ ਕਹਿੰਦੇ ਜਿਨ ਜੀਉ ਪਿੰਡ ਦਿੱਤਾ ਤਿਸ ਚੇਤਾ ਨਾਹੀ। ਮੜੀ ਮਸਾਣੀ ਮੂੜੇ ਜੋਗ ਨਾਹੀ। ਜਿਨ ਜੀਉ ਪਿੰਡ ਦਿੱਤਾ, ਜਿਨ ਦਾ ਭਾਵ ਹੁੰਦਾ ਜਿਸ ਪਰਮਾਤਮਾ ਨੇ। ਜੀਉ ਦਾ ਭਾਵ ਹੁੰਦਾ ਹੈ ਜਿੰਦ, ਆ ਪ੍ਰਾਣ। ਪਿੰਡ ਦਾ ਭਾਵ ਹੁੰਦਾ ਸਰੀਰ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੀ ਮੂਰਖ ਬੰਦਿਆ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਜਿੰਦ ਦਿੱਤੀ, ਆ ਸੋਹਣਾ ਸਰੀਰ ਦਿੱਤਾ, ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਤੂੰ ਯਾਦ ਹੀ ਨਹੀਂ ਕਰਦਾ। ਇਤਨਾ ਅਕਿਰਤ ਘਣ ਬਣ ਗਿਆ ਤੂੰ। ਉਸ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ। ਤੂੰ ਕਰਦਾ ਕੀ ਫਿਰਦਾ ਹੈ? ਮੜੀ ਮਸਾਣੀ ਮੂੜੇ ਜੋਗ ਨਾਹੀ। ਪਿੰਡੇ ਤੇ ਸਵਾ ਮਲ ਕੇ ਮੜੀਆਂ ਮਸਾਣੀਆਂ ਦੇ ਵਿੱਚ ਫਿਰਦਾ। ਮੜੀਆਂ ਮਸਾਣੀਆਂ ਨੂੰ ਮੱਥੇ ਟੇਕਦਾ ਫਿਰਦਾ ਹੈ, ਤੇ ਮੜੀਆਂ ਮਸਾਣੀਆਂ ਵਿੱਚ ਜਾ ਕੇ ਬੈਠਿਆ। ਇੱਦਾਂ ਤੇਰਾ ਪਰਮਾਤਮਾ ਦੇ ਨਾਲ ਮੇਲ ਮਿਲਾਪ ਨਹੀਂ ਹੋਣਾ, ਤੈਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ। ਜੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਮੜੀਆਂ ਮਸਾਣੀਆਂ ਅੱਗੇ ਸੀਸ ਨਿਭਾਉਂਦਾ ਫਿਰੇਗਾ, ਮੜੀਆਂ ਮਸਾਣੀਆਂ ਤੇ ਮੱਥਾ ਮਾਰਦਾ ਫਿਰੇਗਾ, ਇਹਨਾਂ ਦੇ ਨਾਲ ਕਦੇ ਵੀ ਤੇਰਾ ਭਲਾ ਨਹੀਂ ਹੋਣਾ। ਗੁਰੂ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿਨ ਜੀਉ ਪਿੰਡ ਦਿੱਤਾ ਤੇ ਚੇਤੇ ਨਾਹੀ। ਮੜੀ ਮਸਾਣੀ ਮੂੜੇ ਜੋਗ ਨਾਹੀ। ਇਹ ਬਸੰਤ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਬਚਨ ਨੇ। ਤੇ ਪਾਤਸ਼ਾਹ ਕਹਿੰਦੇ ਹੇ ਭਾਈ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ, ਉਹਦੀ ਯਾਦ ਵੱਲੋਂ ਮੂੰਹ ਮੋੜੀ ਬੈਠਾ ਹੈ, ਜਿਹਨੇ ਤੈਨੂੰ ਆ ਪ੍ਰਾਣ ਦਿੱਤੇ, ਜਿੰਦ ਦਿੱਤੀ, ਸੋਹਣਾ ਸਰੀਰ ਦਿੱਤਾ। ਤੇ ਯਾਦ ਰੱਖੀ, ਜੇ ਆ ਸਮਾਂ ਹੱਥੋਂ ਹੁਣ ਖੰਝਾ ਲਿਆ ਨਾ, ਫਿਰ ਕਰੋੜਾਂ ਹੀ ਜਨਮਾਂ ਦੇ ਵਿੱਚ ਅਨੇਕਾਂ ਜੂਨਾਂ ਦੇ ਵਿੱਚ ਭਟਕਦਾ ਹੀ ਫਿਰੇਂਗਾ, ਤੇ ਤੈਨੂੰ
ਫਿਰ ਮਨੁੱਖਾ ਸਰੀਰ ਬੜੀ ਮੁੱਤਾਂ ਦੀ ਬਾਅਦ ਪ੍ਰਾਪਤ ਹੋ ਗਏ। ਪਾਤਸ਼ਾਹ ਕਹਿੰਦੇ ਖਾਂਦਾ ਪਹਿਨਦਾ ਮੁਕਰ ਪਾਏ, ਤਿਸਨੂੰ ਜੋ ਹੈ ਦੂਤ ਧਰਮ ਰਾਏ। ਸਤਿਗੁਰੂ ਕਹਿੰਦੇ ਹੇ ਭਾਈ, ਜਿਹੜਾ ਮਨੁੱਖ ਪਰਮਾਤਮਾ ਦੀਆਂ ਬਖਸ਼ੀਆਂ ਦਾਤਾਂ ਖਾਂਦਾ ਰਹਿੰਦਾ, ਆ ਸਰੀਰ ਉਸ ਪਰਮਾਤਮਾ ਦਾ ਬਖਸ਼ਿਆ ਹੋਇਆ ਹੈ। ਆ ਪ੍ਰਾਣ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਾਨੂੰ ਬਖਸ਼ੇ ਹੋਏ ਨੇ। ਤੇ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਬਚਨ ਆਪਾਂ ਰੋਜ਼ ਸੁਣਦੇ ਹਾਂ ਨਾ, ਆਨੰਦ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਸੁਣਦੇ ਆ। ਪੜ੍ਹ ਤਾਂ ਬਹੁਤ ਲਏ, ਸੁਣ ਤਾਂ ਬਹੁਤ ਲਏ, ਪਰ ਸਾਡਾ ਖਿਆਲ ਗੁਰਮੁਖੋ ਇੱਧਰ ਨਹੀਂ ਗਿਆ ਵੀ ਸਤਿਗੁਰਾਂ ਨੇ ਸਾਨੂੰ ਕਿਹਾ ਕੀ ਹੈ। ਆਨੰਦ ਸਾਹਿਬ ਦਾ ਪਾਠ ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਸੁਣਦੇ ਹਾਂ ਰੋਜ਼। ਤੇ ਅਖੀਰਲੀਆਂ ਪੰਕਤੀਆਂ ਵਿੱਚ ਸਤਿਗੁਰੂ ਦੱਸਦੇ ਨੇ ਨਾ, ਕਹਿੰਦੇ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਬਜਾਇਆ। ਬਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਬਜਾਇਆ। ਜੀਉ ਦਾ ਭਾਵ ਹੁੰਦਾ ਸਾਧ ਸੰਗਤ ਜੀ ਜਿੰਦ, ਗੁਫਾ ਦਾ ਭਾਵ ਹੁੰਦਾ ਆ ਸਾਡਾ ਸਰੀਰ। ਪਵਨ ਬਾਜਾ ਬਜਾਇਆ ਦਾ ਭਾਵ ਹੁੰਦਾ ਸਵਾਸ ਰੂਪ ਬਾਜਾ ਬਜਾਇਆ। ਬੋਲਣ ਦੀ ਸ਼ਕਤੀ ਦਿੱਤੀ ਸਾਨੂੰ ਉਸ ਪਰਮਾਤਮਾ ਨੇ, ਸਰੀਰ ਦੇ ਦਿੱਤਾ ਹੈ। ਕਦੇ ਅਸੀਂ ਇਹ ਬਚਨ ਵਿਚਾਰੇ ਨਹੀਂ ਵੀ ਸਤਿਗੁਰੂ ਅਮਰਦਾਸ ਮਹਾਰਾਜ ਸਾਨੂੰ ਕਹਿੰਦੇ ਕੀ ਨੇ ਆਨੰਦ ਸਾਹਿਬ ਦੇ ਵਿੱਚ। ਪੜ੍ਹ ਬਹੁਤ ਲਿਆ, ਸੁਣ ਬਹੁਤ ਲਿਆ, ਪਰ ਇੱਧਰ ਸਾਡਾ ਖਿਆਲ ਨਹੀਂ ਗਿਆ। ਪਾਤਸ਼ਾਹ ਕਹਿੰਦੇ ਪਰਮਾਤਮਾ ਨੇ ਤੈਨੂੰ ਜਿੰਦ ਦਿੱਤੀ, ਪ੍ਰਾਣ ਦਿੱਤੇ। ਆਹ ਸਰੀਰ ਗੁਫਾ ਦੇ ਵਿੱਚ ਟਿਕਾ ਕੇ, ਜਿੰਦ ਨੂੰ ਟਿਕਾ ਕੇ ਨਾ, ਆਹ ਮਨੁੱਖ ਨੂੰ, ਆਹ ਜੀਵ ਨੂੰ ਬੋਲਣ ਦੀ ਸ਼ਕਤੀ ਦੇ ਦਿੱਤੀ ਪਰਮਾਤਮਾ ਨੇ। ਆਹ ਸਰੀਰ ਦੇ ਅੰਦਰ ਜਿੰਦ ਟਿਕਾ ਕੇ ਪਰਮਾਤਮਾ ਨੇ ਬੋਲਣ ਦੀ ਸ਼ਕਤੀ ਬਖਸ਼ ਦਿੱਤੀ ਮਨੁੱਖ ਨੂੰ। ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਬਜਾਇਆ। ਬਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀ, ਦਸਵਾਂ ਗੁਪਤ ਰਖਾਇਆ। ਪਾਤਸ਼ਾਹ ਕਹਿੰਦੇ ਸਰੀਰ ਨੂੰ ਬੋਲਣ ਦੀ ਸ਼ਕਤੀ ਦਿੱਤੀ ਤੇ ਸਾਨੂੰ ਨੌ ਦੁਆਰੇ ਦੇ ਦਿੱਤੇ ਸਤਿਗੁਰਾਂ ਨੇ, ਪ੍ਰਗਟ ਕਰਦੇ ਨੌ ਦੁਆਰੇ। ਨੌ ਗੋਲਕਾਂ ਕਿਹੜੀਆਂ ਨੇ ਸਾਨੂੰ, ਕਿਹੜੀ ਪਰਮਾਤਮਾ ਨੇ ਬਖਸ਼ੀਆਂ? ਨੌ ਦੁਆਰੇ ਕਿਹੜੇ ਨੇ? ਦਸਵਾਂ ਦੁਆਰ ਕਿਹੜਾ ਹੈ? ਇੱਕ ਸਾਡਾ ਮੂੰਹ ਹੋ ਗਿਆ, ਦੋ ਸਾਡੇ ਕੰਨ ਹੋ ਗਏ, ਤਿੰਨ, ਦੋ ਸਾਡੀਆਂ ਅੱਖਾਂ ਹੋ ਗਈਆਂ, ਪੰਜ, ਦੋ ਸਾਡੀਆਂ ਨਾਸਾਂ ਹੋ ਗਈਆਂ, ਸੱਤ, ਗੁਦਾ ਹੋ ਗਿਆ, ਇੰਦਰੀ ਹੋ ਗਈ। ਇਹ ਸਾਡੇ ਨੌ ਦੁਆਰੇ ਨੇ। ਤੇ ਦਸਵਾਂ ਦੁਆਰ ਉਹ ਲੁਕਾ ਕੇ ਰੱਖਿਆ ਪਰਮਾਤਮਾ ਨੇ। ਇਹ ਸਾਡੇ ਪ੍ਰਗਟ ਨੇ ਨੌ ਦੁਆਰੇ। ਤਾਂ ਅੱਖਾਂ ਸਾਨੂੰ ਦਿਸਦੀਆਂ ਨੇ ਨਾ, ਕੰਨ ਸਾਨੂੰ ਦਿਸਦੇ ਨੇ, ਮੂੰਹ ਸਾਨੂੰ ਦਿਸਦਾ ਹੈ। ਤੇ ਦਸਵਾਂ ਦੁਆਰ ਦਿਮਾਗ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਬਾਜਾ ਬਜਾਇਆ ਪਾਉ ਨੌ ਦੁਆਰੇ ਪ੍ਰਗਟ ਕੀ, ਦਸਵਾਂ ਗੁਪਤ ਰਖਾਇਆ। ਬਜਾਇਆ ਬਾਜਾ, ਸਰੀਰ ਨੂੰ ਬੋਲਣ ਦੀ ਸ਼ਕਤੀ ਦਿੱਤੀ ਪਰਮਾਤਮਾ ਨੇ। ਇਹਦੇ ਵਿੱਚ ਬੋਲਣ ਦੀ ਸੱਤਿਆ ਪਾਤੀ ਸਾਡੇ ਸਰੀਰ ਦੇ ਵਿੱਚ। ਨੱਕ, ਕੰਨ, ਮੂੰਹ ਆਦਿਕ ਨੌ ਕਰਮ ਇੰਦਰੀਆਂ ਪ੍ਰਤੱਖ ਤੌਰ ਤੇ ਸਾਨੂੰ ਦਿਖਾਤੀਆਂ। ਤੇ ਦਸਵਾਂ ਦਿਮਾਗ ਪਰਮਾਤਮਾ ਨੇ ਲੁਕੋ ਕੇ ਰੱਖਿਆ ਹੈ। ਸਾਡਾ ਦਿਮਾਗ ਲੁਕੋ ਕੇ ਰੱਖਿਆ ਹੈ, ਦਸਵਾਂ ਦੁਆਰ। ਪਾਤਸ਼ਾਹ ਕਹਿੰਦੇ ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਪਾਤਸ਼ਾਹ ਕਹਿੰਦੇ ਜਿਸ ਦੇ ਰਾਹੀਂ ਮਨੁੱਖ ਵਿਚਾਰ ਕਰ ਸਕਦਾ ਹੈ। ਦਿਮਾਗ ਦਾ ਭਾਵ ਹੁੰਦਾ ਹੈ ਸੋਚਣ ਸ਼ਕਤੀ। ਇਕੱਲੇ ਮਨੁੱਖ ਕੋਲ ਹੀ ਹੈ ਸੋਚਣ ਸ਼ਕਤੀ, ਪਸ਼ੂਆਂ ਪੰਛੀਆਂ ਕੋਲੇ ਨਹੀਂ ਹੈ। ਤਾਂ ਹੀ ਇਹਨੂੰ ਜੁਨਾਂ ਦਾ ਸਰਦਾਰ ਕਿਹਾ ਇਸ ਮਨੁੱਖ ਨੂੰ। ਦਸਵਾਂ ਦੁਆਰ ਭਾਵ ਦਿਮਾਗ, ਜਿਸ ਦੇ ਰਾਹੀਂ ਮਨੁੱਖ ਵਿਚਾਰ ਕਰ ਸਕਦਾ ਹੈ। ਭਾਵਨੀ ਦਾ ਭਾਵ ਹੁੰਦਾ ਸਰਦਾ, ਪ੍ਰੇਮ। ਪਾਤਸ਼ਾਹ ਕਹਿੰਦੇ ਪਰਮੇਸ਼ਰ ਨੇ ਜਿਨ੍ਹਾਂ ਨੂੰ ਗੁਰੂ ਦੇ ਦਰ ਤੇ ਅਪੜਾ ਕੇ ਆਪਣੇ ਨਾਮ ਦੀ ਸਰਦਾ ਬਖਸ਼ੀ,
ਉਹਨਾਂ ਨੂੰ ਦਸਵਾਂ ਦਵਾਰ ਵੀ ਦਿਖਾ ਦਿੱਤਾ ਹੈ ਪਰਮਾਤਮਾ ਨੇ। ਜਿਨ੍ਹਾਂ ਨੂੰ ਸਰਧਾ ਬਖਸ਼ੀ, ਉਹਨਾਂ ਨੂੰ ਸਿਮਰਨ ਦੀ ਵਿਚਾਰ ਸੱਤਿਆ ਦੀ ਵੀ ਦੇ ਦਿੱਤੀ ਤੇ ਆਤਮਿਕ ਆਨੰਦ ਦਾ ਮੂਲ ਵੀ ਦੇ ਦਿੱਤਾ ਉਸ ਪਰਮਾਤਮਾ ਨੇ। ਪਾਤਸ਼ਾਹ ਕਹਿੰਦੇ ਤਹਿ ਅਨੇਕ ਰੂਪ ਨਾਉ ਨਭ ਨੀਧਾ, ਤਿਸ ਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰਾ ਜੀਉ, ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ। ਇਹ ਰੋਜ਼ਾਨਾ ਪੜ੍ਹਦੇ ਸੁਣਦੇ ਆ ਅਸੀਂ, ਪਰ ਇਹ ਨਹੀਂ ਸੋਚਿਆ ਵੀ ਸਤਿਗੁਰੂ ਨੇ ਸਾਨੂੰ ਕਿਹਾ ਕੀ ਹੈ ਇਹਨਾਂ ਬਚਨਾਂ ਦੇ ਨਾਲ। ਤਹਿ ਅਨੇਕ ਰੂਪ ਨਾਉ ਨਭ ਨੀਧ, ਤਿਸ ਦਾ ਅੰਤ ਨਾ ਜਾਈ ਪਾਇਆ। ਉਹ ਅਵਸਥਾ ਵਿੱਚ ਮਨੁੱਖ ਨੂੰ ਅਨੇਕਾਂ ਰੰਗਾਂ ਰੂਪਾਂ ਵਿੱਚ ਵਿਆਪਕ ਪਰਮੇਸ਼ਰ ਦਾ ਉਹ ਨਾਮ ਰੂਪਾਂ 9 ਖਜ਼ਾਨਿਆਂ ਦਾ ਭੰਡਾਰਾ ਵੀ ਪ੍ਰਾਪਤ ਹੋ ਜਾਂਦਾ ਹੈ, ਜਿਸ ਦਾ ਅੰਤ ਨਹੀਂ ਪੈ ਸਕਦਾ, ਜੋ ਕਦੇ ਮੁੱਕਦਾ ਹੀ ਨਹੀਂ। ਕਹੈ ਨਾਨਕ ਹਰ ਪਿਆਰਾ ਜੀਉ, ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ। ਨਾਨਕ ਆਖਦਾ ਕਿ ਪਿਆਰੇ ਪਰਮੇਸ਼ਰ ਨੇ ਜਿੰਦ ਨੂੰ ਸਰੀਰ ਗੁਫਾ ਦੇ ਵਿੱਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਦਿੱਤੀ ਹੈ, ਪਰ ਉਪਕਾਰ ਕੀਤਾ ਜੀਵ ਦੇ ਉੱਤੇ ਉਸ ਪਰਮਾਤਮਾ ਨੇ। ਪਰ ਅਸੀਂ ਸਰੀਰ ਦੀ ਕਿੰਨੀ ਕੁ ਕਦਰ ਕਰਦੇ ਹਾਂ ਗੁਰਮੁਖੋ, ਆਹ ਮਨੁੱਖਾ ਸਰੀਰ ਦੀ। ਇਹਦੇ ਜੋ ਮਕਸਦ ਨੇ, ਜਿਹੜੇ ਕਾਰਜ ਵਾਸਤੇ ਸਾਨੂੰ ਇਹ ਮਨੁੱਖਾ ਸਰੀਰ ਮਿਲਿਆ, ਕੀ ਅਸੀਂ ਉਹ ਕਾਰਜ ਇਸ ਮਨੁੱਖਾ ਸਰੀਰ ਦੇ ਰਾਹੀਂ ਕਰ ਰਹੇ ਹਾਂ? ਕੀ ਅਸੀਂ ਸਤਿਗੁਰਾਂ ਦੇ ਵਚਨਾਂ ਦੇ ਅਨੁਸਾਰ ਜਿਉ ਰਹੇ ਹਾਂ? ਇਹ ਵੀ ਸਵਾਲ ਖੜੇ ਹੋ ਜਾਂਦੇ ਨੇ ਸਾਡੇ ਅੱਗੇ। ਪਰ ਗੁਰਮੁਖੋ ਅਸੀਂ ਨਾ ਤਾਂ ਇਸ ਸਰੀਰ ਦੀ ਕਦਰ ਕਰਦੇ ਹਾਂ ਵੀ ਕਿਹੜੇ ਕਾਰਜ ਵਾਸਤੇ ਮਿਲਿਆ, ਨਾ ਉਹ ਅਸੀਂ ਕਾਰਜ ਕਰਦੇ ਹਾਂ। ਪਾਤਸ਼ਾਹ ਕਹਿੰਦੀ ਫਿਰ ਯਾਦ ਰੱਖੀ, ਜਦੋਂ ਆਹ ਸਮਾਂ ਨਿਕਲ ਗਿਆ ਨਾ ਤੇਰੇ ਹੱਥੋਂ, ਫਿਰ ਤੈਨੂੰ ਪਛਤਾਉਣਾ ਪਏਗਾ, ਅਨੇਕਾਂ ਜੁਨੀਆਂ ਦੇ ਵਿੱਚ ਭਟਕਦਾ ਫਿਰੇਗਾ ਫਿਰ ਤੂੰ। ਹੁਣ ਇਹ ਸਰੀਰ ਦੀ ਤੂੰ ਕਦਰ ਨਹੀਂ ਕਰਦਾ। ਅੱਗੇ ਸਤਿਗੁਰੂ ਕਹਿੰਦੇ ਖਾਂਦਾ ਪਹਿਨਦਾ ਮੁਕਰ ਪਾਏ, ਤਿਸਨੂੰ ਜੋ ਹੈ ਦੂਤ ਧਰਮ ਰਾਏ। ਹੇ ਭਾਈ, ਜਿਹੜਾ ਮਨੁੱਖ ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਖਾਂਦਾ ਰਹਿੰਦਾ ਹੈ, ਸਾਨੂੰ ਪਰਮਾਤਮਾ ਨੇ ਕੀ ਕੁਝ ਬਖਸ਼ਿਆ ਹੈ? ਸਾਨੂੰ ਪਰਮਾਤਮਾ ਨੇ ਹਵਾ ਬਖਸ਼ੀ ਹੈ, ਕਿੰਨੀ ਅਮੋਲਕ ਹੈ। ਹਵਾ ਦੀ ਕੀਮਤ ਸਾਧ ਸੰਗੀ ਵੀ ਕਿੰਨੀ ਕੀਮਤ ਹੈ ਹਵਾ ਦੀ। ਇਹ ਪਿਛਲੇ ਸਾਲ ਦੇ ਵਿੱਚ ਜੋ ਕਰੋਨਾ ਵਾਪਰਿਆ, ਬਿਮਾਰੀ ਵਾਪਰੀ, ਉਦੋਂ ਮਹਿਸੂਸ ਹੋਇਆ ਵੀ ਸਾਡੀ ਜਿਹੜੀ ਹਵਾ ਗੀ ਇਹ ਸਾਡੇ ਮਨੁੱਖ ਦੇ ਵਾਸਤੇ ਕਿੰਨੀ ਲਾਭਦਾਇਕ ਹੈ, ਕਿੰਨੀ ਅਮੋਲਕ ਹਵਾ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ। ਪਾਣੀ ਕਿੰਨਾ ਅਮੋਲਕ ਹੈ, ਪਰਮਾਤਮਾ ਨੇ ਬਖਸ਼ਿਸ਼ ਕੀਤਾ। ਅੰਨ ਛਕਣ ਵਾਸਤੇ ਸਾਨੂੰ ਭੋਜਨ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ। ਤੇ ਜਿਹੜਾ ਮਨੁੱਖ ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਆ ਦਾਤਾਂ ਖਾਂਦਾ ਰਹਿੰਦਾ ਹੈ ਤੇ ਉਹਦੇ ਦਿੱਤੇ ਹੋਏ ਆਪਣੇ ਤਨ ਤੇ ਕੱਪੜੇ ਪਹਿਨਦਾ ਰਹਿੰਦਾ ਹੈ ਤੇ ਇਸ ਗੱਲੋਂ ਮੁੱਕਰਿਆ ਰਹਿੰਦਾ ਕਿ ਇਹ ਪਰਮਾਤਮਾ ਨੇ ਦਿੱਤੀਆਂ ਨੇ, ਉਸ ਮਨੁੱਖ ਨੂੰ ਧਰਮ ਰਾਜ ਦੇ ਦੂਤ ਆਪਣੇ ਕਬਜ਼ੇ ਵਿੱਚ ਲੈ ਕੇ ਲਾਈ ਰੱਖਦੇ ਨੇ। ਭਾਵ ਉਹ ਮਨੁੱਖ ਸਦਾ ਆਤਮਿਕ ਮੌਤੇ ਮਰਿਆ ਰਹਿੰਦਾ, ਜਿਹੜਾ ਪਰਮਾਤਮਾ ਨੂੰ ਆ ਵਸਤੂਆਂ ਪਰਮਾਤਮਾ ਤੋਂ ਪ੍ਰਾਪਤ ਕਰਕੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਉਹ ਆਤਮਿਕ ਮੌਤੇ ਮਰਿਆ ਰਹਿੰਦਾ ਐਸਾ ਮਨੁੱਖ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ, ਸਾਖਤ ਕੀ ਐਸੀ ਹੈ ਰੀਤਾ, ਜੋ ਕਿਸ ਕਰੈ ਸਗਲ ਵਿਪਰੀਤਾ। ਸਾਖਤ ਕੀ ਐਸੀ ਹੈ ਰੀਤਾ, ਜੋ ਕਿਸ ਕਰੈ ਸਗਲ ਵਿਪਰੀਤ। ਸਾਖਤ ਦਾ ਭਾਵ ਹੁੰਦਾ ਹੈ ਪਰਮਾਤਮਾ ਦੀ ਨਾਲੋਂ ਟੁੱਟਿਆ ਹੋਇਆ ਮਨੁੱਖ, ਜਿਹੜਾ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦਾ। ਪਰਮਾਤਮਾ ਦੀ ਬੰਦਗੀ ਤੋਂ ਜਿਹੜਾ ਮਨੁੱਖ ਦੂਰ ਹੋ ਗਿਆ, ਉਹ ਹੈ ਸਾਖਤ। ਰੀਤ ਦਾ ਭਾਵ ਹੁੰਦਾ ਹੈ ਜੀਵਨ ਦੀ ਮਰਿਆਦਾ। ਵਿਪਰੀਤ ਦਾ ਭਾਵ ਹੁੰਦਾ ਹੈ ਉਲਟ, ਟੇਢੇ ਪਾਸੇ, ਉਲਟ ਦਿਸ਼ਾ ਦੇ ਵਿੱਚ। ਸਤਿਗੁਰੂ ਕਹਿੰਦੇ, ਹੇ ਭਾਈ, ਮਾਇਆ ਵੇੜੇ ਮਨੁੱਖ ਦੀ ਜੀਵਨ ਮਰਿਆਦਾ ਹੀ ਐਸੀ ਹੈ ਕਿ ਉਹ ਜੋ ਕੁਝ ਕਰਦਾ
ਸਾਰਾ ਬੇਮੁਖਤਾ ਦਾ ਕੰਮ ਹੀ ਕਰਦਾ ਹੈ ਉਹ ਮਨੁੱਖ ਆ ਜਿਹੜਾ ਮਨੁੱਖ ਮਾਇਆ ਦੇ ਵਿੱਚ ਗਰਸਿਆ ਰਹਿੰਦਾ ਹੈ, ਜਿਹਦੀ ਸੋਚ ਹੀ ਮਾਇਆ ਤੱਕ ਦੇ ਖੜੀ ਹੋਈ ਹੈ। ਉਹ ਜੋ ਕੁਝ ਵੀ ਕਰਦਾ ਹੈ ਸਾਰਾ ਬੇਮੁਖਤਾ ਦਾ ਕੰਮ ਹੀ ਕਰਦਾ ਹੈ, ਭਾਵ ਪਰਮਾਤਮਾ ਦੀ ਉਲਟ ਦਿਸ਼ਾ ਦੇ ਵਿੱਚ ਚੱਲਦਾ ਹੈ। ਜਿਹੜਾ ਮਾਇਆ ਦੇ ਨਾਲ ਜਕੜਿਆ ਹੋਇਆ ਮਨੁੱਖ ਹੈ। ਤੇ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ੇ ਕਰਦੇ ਨੇ, ਜਿਉ ਪਰਾਨ ਜਿਨ ਮਨ ਤਨ ਧਾਰਿਆ, ਸੋਈ ਠਾਕੁਰ ਮਨੋ ਵਿਸਾਰਿਆ। ਜਿਉ ਪ੍ਰਾਨ ਜਿਨ ਮਨ ਤਨ ਧਾਰਿਆ, ਸੋਈ ਠਾਕੁਰ ਮਨੋ ਵਿਸਾਰਿਆ। ਜਿੰਦਾ ਭਾਵ ਹੁੰਦਾ ਹੈ ਜਿਸ ਪਰਮੇਸ਼ਰ ਨੇ ਧਾਰਿਆ ਦਾ ਭਾਵ ਹੁੰਦਾ ਹੈ ਆਪਣੀ ਜੋਤ ਦੇ ਨਾਲ ਸਹਾਰਾ ਦਿੱਤਾ ਹੈ। ਮਨੋਂ ਦਾ ਭਾਵ ਹੁੰਦਾ ਹੈ ਮਨ ਤੋਂ। ਸਤਿਗੁਰੂ ਕਹਿੰਦੇ ਜਿਉ ਪ੍ਰਾਣ ਜਿਨ ਮਨ ਤਨ ਧਾਰਿਆ, ਸੋਈ ਠਾਕੁਰ ਮਨੋ ਵਿਸਾਰਿਆ। ਹੇ ਭਾਈ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਸ ਜੀਵ ਦੀ ਜਿੰਦ ਨੂੰ, ਮਨ ਨੂੰ, ਸਰੀਰ ਨੂੰ ਆਪਣੀ ਜੋਤ ਦਾ ਸਹਾਰਾ ਦਿੱਤਾ ਹੋਇਆ ਹੈ, ਉਸ ਪਾਲਣਹਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਾਖਤ ਮਨੁੱਖ ਆਪਣੇ ਮਨ ਤੋਂ ਭੁਲਾਈ ਰੱਖਦਾ ਹੈ। ਐਡੇ ਵੱਡੇ ਪਰਉਪਕਾਰੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਇਹ ਪਰਮਾਤਮਾ ਦੇ ਨਾਲ ਟੁੱਟਿਆ ਹੋਇਆ ਮਨੁੱਖ, ਜਿਹਨੂੰ ਬਾਣੀ ਸਾਖਤ ਕਹਿੰਦੀ ਹੈ, ਤੇ ਇਹ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਉਹਨੂੰ ਆਪਣੇ ਮਨ ਵਿੱਚੋਂ ਭੁਲਾਈ ਰੱਖਦਾ ਉਸ ਪਰਮਾਤਮਾ ਨੂੰ ਜਿਹਦੇ ਐਡੇ ਵੱਡੇ ਪਰਉਪਕਾਰ ਨੇ। ਬਦੇ ਵਿਕਾਰ ਲਿਖੈ ਬਾਹੋ ਕਾਗਰ, ਨਾਨਕ ਉਦਰ ਕਿਰਪਾ ਸੁਖ ਸਾਗਰ। ਪਹਰ ਬਰਹਮ ਤੇਰੀ ਸਰਨਾਈ, ਵੰਦਨ ਕਾਟ ਤਰੈ ਹਰ ਨਾਈ। ਰਹਾਉ ਦੂਜਾ। ਇਸ ਸਭ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ ਬਦੇ ਵਿਕਾਰ ਲਿਖੈ ਬਹੁ ਕਾਗਰ, ਨਾਨਕ ਉਦਰ ਕਿਰਪਾ ਸੁਖ ਸਾਗਰ। ਪਹਰ ਬ੍ਰਹਮ ਤੇਰੀ ਸਰਨਾਏ, ਬੰਧਨ ਕਾਟ ਤਰੈ ਹਰ ਨਾਏ। ਰਹਾਉ ਦੂਜਾ। ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸਭ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਹੀ ਭਾਈ, ਉਸ ਸਾਖਤ ਦੇ ਇਤਨੇ ਵਿਕਾਰ ਵੱਧ ਜਾਂਦੇ ਨੇ ਜਿਹੜਾ ਪਰਮਾਤਮਾ ਨੂੰ ਭੁਲਾ ਦਿੰਦਾ ਹੈ। ਜਿਹੜਾ ਮਨੁੱਖ ਮਾਇਆ ਦੇ ਪ੍ਰਭਾਵ ਦੇ ਵਿੱਚ ਜਕੜਿਆ ਰਹਿੰਦਾ ਹੈ, ਉਹਦੇ ਮਾੜੇ ਕਰਮ ਉਸ ਮਨੁੱਖ ਦੇ ਇਤਨੇ ਵੱਧ ਜਾਂਦੇ ਨੇ ਕਿ ਉਹਨਾਂ ਦੇ ਅਨੇਕਾਂ ਦਫ਼ਤਰ ਹੀ ਲਿਖੇ ਜਾਂਦੇ ਨੇ। ਹੇ ਨਾਨਕ, ਪਰਮੇਸ਼ਰ ਦਰ ਤੇ ਅਰਦਾਸ ਕਰ ਤੇ ਆਖ ਕੇ ਹੇ ਦਇਆ ਦੇ ਸਮੁੰਦਰ, ਹੇ ਸੁੱਖਾਂ ਦੇ ਸਮੁੰਦਰ, ਤੂੰ ਆਪ ਸਾਨੂੰ ਜੀਵਾਂ ਨੂੰ ਵਿਕਾਰਾਂ ਤੋਂ ਬਚਾ ਕੇ ਰੱਖ। ਮਾੜਿਆਂ ਕਰਮਾਂ ਤੋਂ ਸਾਨੂੰ ਤੂੰ ਆਪ ਹੀ ਬਚਾ ਕੇ ਰੱਖ। ਹੇ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਜਿਹੜੇ ਮਨੁੱਖ ਤੇਰੀ ਮਿਹਰ ਦੇ ਨਾਲ ਤੇਰੀ ਸ਼ਰਨ ਆਉਂਦੇ ਨੇ, ਉਹ ਤੇਰੇ ਨਾਮ ਦੀ ਬਰਕਤ ਦੇ ਨਾਲ ਆਪਣੇ ਮਾਇਆ ਦੇ ਬੰਧਨ ਕੱਟ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ। ਤੇ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ੇ ਕਰਦੇ ਨੇ। ਗੌੜੀ ਮਹਲਾ ਪੰਜਵਾ, ਪ੍ਰਭ ਕੀ ਚਰਨ ਮਨ ਮਾਹੀ ਧਿਆਨ, ਸਗਲ ਤੀਰਥਾ ਮਜਨ ਇਸਨਾਨ।
ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀ ਸ਼ੁਰੂਆਤ ਇਹਨਾਂ ਵਚਨਾਂ ਦੇ ਨਾਲ ਕਰਦੇ ਨੇ। ਇਸ ਸ਼ਬਦ ਦੀਆਂ ਜੋ ਰਹਾਉ ਵਾਲੀਆਂ ਪੰਕਤੀਆਂ ਨੇ ਉਹਨਾਂ ਦੇ ਦੁਆਰਾ ਗੁਰੂ ਪਾਤਸ਼ਾਹ ਕੀ ਬਖਸ਼ ਕਰਦੇ ਨੇ। ਹਰ ਦਿਨ ਹਰ ਸਿਮਰਨ ਮੇਰੇ ਭਾਈ, ਕੋਟ ਜਨਮ ਕੀ ਮਲ ਲੈ ਜਾਈ ਰਹਾਉ। ਹਰ ਦਿਨ ਹਰ ਸਿਮਰਨ ਮੇਰੇ ਭਾਈ, ਕੋਟ ਜਨਮ ਕੀ ਮਨ ਮਲ ਲੈ ਜਾਈ ਰਹਾਉ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਰਹਾਉ ਵਾਲੀਆਂ ਪੰਕਤੀਆਂ ਦੀ ਦੁਬਾਰਾ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ, ਹੇ ਮੇਰੇ ਭਰਾ, ਹੇ ਮੇਰੇ ਵੀਰ, ਸਾਰਾ ਦਿਨ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ। ਬਸ ਸਾਰਾ ਦਿਨ ਪਰਮਾਤਮਾ ਨੂੰ ਯਾਦ ਰੱਖਿਆ ਕਰ, ਪਰਮਾਤਮਾ ਦਾ ਸਿਮਰਨ ਕਰਿਆ ਕਰ। ਤੇ ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਨਾ, ਉਸ ਦੇ ਕਰੋੜਾਂ ਜਨਮਾਂ ਦੀ ਵਿਕਾਰਾਂ ਦੀ ਮੈਲ ਲੈ ਜਾਂਦੀ ਹੈ। ਕਰੋੜਾਂ ਜਨਮਾਂ ਦੀ ਮਾੜੇ ਕਰਮਾਂ ਦੀ ਮੈਲ ਦੂਰ ਹੋ ਜਾਂਦੀ ਹੈ ਉਸ ਮਨੁੱਖ ਤੋਂ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ। ਤੇ ਸਭ ਦੀ ਸ਼ੁਰੂਆਤ ਗੁਰੂ ਪਾਤਸ਼ਾਹ ਕਰਦੇ ਨੇ ਕਿ ਪ੍ਰਭ ਕੇ ਚਰਨ ਮਨ ਮਾਹੀ ਧਿਆਨ, ਸਗਲ ਤੀਰਥਾ ਮਜਨ ਇਸਨਾਨ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਭਾਈ, ਹੇ ਮੇਰੇ ਵੀਰਾ, ਹੇ ਮੇਰੇ ਭਰਾਵਾ, ਆਪਣੇ ਮਨ ਦੇ ਵਿੱਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਿਆ ਕਰ। ਆਪਣੇ ਮਨ ਦੇ ਵਿੱਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਿਆ ਕਰ। ਪਰਮੇਸ਼ਰ ਚਰਨਾਂ ਦਾ ਧਿਆਨ ਹੀ ਸਾਰੇ ਤੀਰਥਾਂ ਦਾ ਇਸ਼ਨਾਨ ਹੈ। 68 ਤੀਰਥਾਂ ਦਾ ਇਸ਼ਨਾਨ ਘਰ ਬੈਠਿਆਂ ਨੂੰ ਤੈਨੂੰ ਹੋ ਜਾਣਾ ਜੇ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਿਆ ਰਹੇਗਾ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਹਰ ਕੀ ਕਥਾ ਰਿਦ ਮਾਹੀ ਬਸਾਈ, ਮਨ ਵਾਂਛਤਾ ਸਗਲੇ ਫਲ ਪਾਈ। ਹਰ ਕੀ ਕਥਾ ਰਿਦ ਮਾਹੀ ਬਸਾਈ, ਮਨ ਵਾਂਛਤ ਸਗਲੇ ਫਲ ਪਾਈ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ, ਹੇ ਭਾਈ, ਜਿਹੜਾ ਮਨੁੱਖ ਪਰਮਾਤਮਾ ਦੀ ਵਡਿਆਈ ਦੇ ਗੀਤ ਗਾਉਂਦਾ ਰਹਿੰਦਾ ਹੈ ਨਾ, ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ, ਉਹ ਸਾਰੇ ਮਨ ਲੋੜੀਂਦੇ ਫਲ ਪ੍ਰਾਪਤ ਕਰ ਲੈਂਦਾ। ਉਹਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਨੇ। ਉਸ ਮਨੁੱਖ ਦੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ। ਉਹ ਮਨੁੱਖ ਸਾਰੀਆਂ ਆਪਣੀਆਂ ਮਨ ਦੀਆਂ ਭਾਵਨਾ ਨੂੰ ਪੂਰੀਆਂ ਕਰ ਲੈਂਦਾ ਹੈ। ਅੱਗੇ ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਨੇ ਕਿ ਜੀਵਨ ਮਰਨ ਜਨਮ ਪਰਵਾਨ, ਜਾ ਕੇ ਹਿਰਦੈ ਬਸੈ ਭਗਵਾਨ। ਕਹੋ ਨਾਨਕ ਸਈ ਜਨ ਪੂਰੇ, ਜਿਨ੍ਹਾਂ ਪ੍ਰਾਪਤ ਸਾਧੂ ਧੂਰੇ। ਇਸ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ, ਹੇ ਭਾਈ, ਜਿਸ ਮਨੁੱਖ ਦੇ ਹਿਰਦੇ ਵਿੱਚ ਭਗਵਾਨ ਆ ਵਸਦਾ ਹੈ ਨਾ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਵਸਦਾ ਹੈ, ਜਨਮ ਤੋਂ ਲੈ ਕੇ ਮੌਤ ਤੱਕ ਉਸ ਮਨੁੱਖ ਦਾ ਸਾਰਾ ਜੀਵਨ ਪਰਮੇਸ਼ਰ ਦੀ ਹਜ਼ੂਰੀ ਵਿੱਚ ਕਬੂਲ ਹੈ। ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ ਰਹਿੰਦਾ ਹੈ, ਜਨਮ ਤੋਂ ਲੈ ਕੇ ਮੌਤ ਤੱਕ ਉਹਦਾ ਸਾਰਾ ਜੀਵਨ ਕਬੂਲ ਹੈ। ਉਹਦਾ ਮਨੁੱਖ ਦਾ ਸਾਰਾ ਜੀਵਨ ਸੋਹਣਾ ਹੈ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ, ਪਰਮਾਤਮਾ ਦੀ ਵਡਿਆਈ ਕਰਦਾ ਰਹਿੰਦਾ ਹੈ, ਜਿਹਦੇ ਹਿਰਦੇ ਵਿੱਚ ਪਰਮਾਤਮਾ ਸਦਾ ਹੀ ਵਸਿਆ ਰਹਿੰਦਾ ਹੈ। ਪਾਤਸ਼ਾਹ ਕਹਿੰਦੀ, ਹੀ ਨਾਨਕ, ਉਹੀ ਮਨੁੱਖ ਸੋਹਣੇ ਜੀਵਨ ਵਾਲੇ ਬਣਦੇ ਨੇ ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਂਦੀ ਹੈ। ਉਹ ਮਨੁੱਖ ਸੋਹਣੇ ਜੀਵਨ ਵਾਲੇ ਬਣ ਜਾਂਦੇ ਨੇ। ਸੋ ਅਸੀਂ ਵੀ ਸਤਿਗੁਰਾਂ ਦੇ ਵਚਨਾਂ ਦੇ ਅਨੁਸਾਰ ਭਾਈ, ਸਤਿਗੁਰਾਂ ਦੀ ਬਾਣੀ ਦੇ ਅਨੁਸਾਰ ਆਪਣਾ ਜੀਵਨ ਜਿਉਣ ਦਾ ਢੰਗ ਸਿੱਖੀਏ।
ਜੀਵਨ ਜਿਉਣ ਦਾ ਢੰਗ ਸਿੱਖੀਏ, ਸਤਿਗੁਰਾਂ ਦੇ ਵਚਨਾਂ ਦੇ ਅਨੁਸਾਰ ਅਸੀਂ ਚੱਲਣ ਦੀ ਕੋਸ਼ਿਸ਼ ਕਰੀਏ, ਸਤਿਗੁਰਾਂ ਦੇ ਵਚਨਾਂ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਲੈ ਕੇ ਆਈਏ, ਬਾਣੀ ਪੜ੍ਹੀਏ, ਵਿਚਾਰੀਏ ਸਤਿਗੁਰੂ ਸਾਨੂੰ ਕਹਿੰਦੇ ਕੀ ਨੇ। ਸਾਨੂੰ ਫਿਰ ਪਤਾ ਲੱਗਣਾ ਸਤਿਗੁਰੂ ਸਾਨੂੰ ਕਹਿੰਦੇ ਕੀ ਨੇ, ਫਿਰ ਅਸੀਂ ਉਹ 'ਤੇ ਕੋਸ਼ਿਸ਼ ਕਰਾਂਗੇ ਚੱਲਣ ਦੀ, ਬਚਨਾਂ ਦੀ। ਜੇ ਪੜ੍ਹੀ ਜਾਈਏ, ਪੜ੍ਹ ਕੇ ਸਾਨੂੰ ਕੁਝ ਨਹੀਂ ਪਤਾ ਲੱਗਣਾ, ਜ਼ਿਆਦਾ ਪਤਾ ਨਹੀਂ ਲੱਗਣਾ। ਜਦੋਂ ਅਸੀਂ ਵਿਚਾਰਾਂਗੇ ਸਤਿਗੁਰਾਂ ਦੇ ਵਚਨਾਂ ਨੂੰ, ਸਤਿਗੁਰਾਂ ਦੀ ਬਾਣੀ ਨੂੰ ਵਿਚਾਰਾਂਗੇ, ਫਿਰ ਸਾਨੂੰ ਪਤਾ ਲੱਗਣਾ ਵੀ ਸਤਿਗੁਰੂ ਸਾਨੂੰ ਕਿਹੜੇ ਪਾਸੇ ਤੁਰ ਰਹੇ ਨੇ ਤੇ ਅਸੀਂ ਕਿਹੜੇ ਪਾਸੇ ਚੱਲ ਰਹੇ ਨੇ। ਇਹ ਸੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਬਚਨ ਤੇ